ਸਤਿ ਸ੍ਰੀ ਅਕਾਲ ਜੀ। ਸਾਡੇ ਇਸ ਖਾਸ ਡਾਟਾ ਆਧਾਰਿਤ ਐਕਸਪਲੇਨਰ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਇੱਕ ਅਜਿਹੀ ਇਤਿਹਾਸਿਕ ਘਟਨਾ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਭਾਰਤੀ ਰਾਜਨੀਤੀ ਦੇ ਪੰਨਿਆਂ ਨੂੰ ਕਹਿ ਲੋ ਕਿ ਹਮੇਸ਼ਾ ਲਈ ਬਦਲ ਕੇ ਰੱਖ ਦਿੱਤਾ ਹੈ। ਦੇਖੋ, ਹਾਲ ਹੀ ਵਿੱਚ ਹੋਈਆਂ ਕੇਰਲ ਵਿਧਾਨ ਸਭਾ ਚੋਣਾਂ ਦੇ ਨਤੀਜੇ ਨਾ ਸਿਰਫ ਕੁਝ ਅੰਕੜੇ ਨਹੀਂ ਹਨ, ਬਲਕਿ ਇਹ ਤਾਂ ਪੂਰੇ ਇੱਕ ਯੁੱਗ ਦੇ ਖਾਤਮੇ ਦੀ ਕਹਾਣੀ ਬਿਆਨ ਕਰਦੇ ਨੇ। ਤਾਂ ਫਿਰ ਆਓ ਬਿਨਾਂ ਕਿਸੇ ਦੇਰੀ ਦੇ ਇਸ ਵੱਡੇ ਸਿਆਸੀ ਉਲਟਫੇਰ ਦੀ ਡੂੰਘਾਈ ਵਿੱਚ ਚੱਲਦੇ ਹਾਂ। ਪਰ ਹਾਂ, ਵਿਸ਼ੇ ਵਿੱਚ ਹੋਰ ਡੂੰਘਾਈ ਨਾਲ ਜਾਣ ਤੋਂ ਪਹਿਲਾਂ ਜੇਕਰ ਤੁਹਾਨੂੰ ਇਹ ਜਾਣਕਾਰੀ ਭਰਪੂਰ ਅਤੇ ਬਿਲਕੁਲ ਨਿਰਪੱਖ ਵਿਸ਼ਲੇਸ਼ਣ ਪਸੰਦ ਆਉਂਦੇ ਨੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ, ਕਿਉਂਕਿ ਸਾਡਾ ਮਕਸਦ ਬਿਲਕੁਲ ਸਪਸ਼ਟ ਹੈ: ਸਹੀ ਤੱਥ ਅਤੇ ਨਿਰਪੱਖ ਡਾਟਾ ਤੁਹਾਡੇ ਤੱਕ ਪਹੁੰਚਾਉਣਾ ਬਿਨਾਂ ਕਿਸੇ ਪੱਖਪਾਤ ਦੇ। ਠੀਕ ਹੈ, ਤਾਂ ਆਓ ਦੇਖਦੇ ਹਾਂ ਅੱਜ ਆਪਾਂ ਕੀ ਕਵਰ ਕਰਾਂਗੇ। ਪਹਿਲਾਂ ਅਸੀਂ ਕੇਰਲ ਚੋਣਾਂ ਦੇ ਤਾਜ਼ਾ ਨਤੀਜਿਆਂ ਦੀ ਗੱਲ ਕਰਾਂਗੇ, ਫਿਰ ਕਮਿਊਨਿਜ਼ਮ ਦੇ ਦੋ ਵੱਖ-ਵੱਖ ਰਾਹਾਂ ਨੂੰ ਸਮਝਾਂਗੇ, ਉਸ ਤੋਂ ਬਾਅਦ ਪਿਛਲੇ ਅੱਧੀ ਸਦੀ ਦੇ ਇਤਿਹਾਸ ਯਾਨੀ ਇੱਕ ਯੁੱਗ ਦੇ ਅੰਤ ਤੇ ਝਾਤ ਮਾਰਾਂਗੇ, ਖੱਬੇ ਪੱਖਿਆਂ ਦੀ ਹਾਰ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਾਂਗੇ ਅਤੇ ਅੰਤ ਵਿੱਚ ਰਾਸ਼ਟਰੀ ਰਾਜਨੀਤਿਕ ਤਸਵੀਰ ਨੂੰ ਸਮਝਾਂਗੇ। ਕਾਫੀ ਕੁਝ ਹੈ ਅੱਜ ਦੇ ਐਕਸਪਲੇਨਰ ਵਿੱਚ। ਤਾਂ ਸ਼ੁਰੂਆਤ ਕਰਦੇ ਹਾਂ ਸਾਡੇ ਪਹਿਲੇ ਹਿੱਸੇ ਤੋਂ, ਕੇਰਲ ਚੋਣਾਂ ਦੇ ਨਤੀਜੇ ਅਤੇ ਮੌਜੂਦਾ ਸਥਿਤੀ ਤੇ ਇੱਕ ਝਾਤ। ਆਓ ਸਿੱਧਾ ਅੰਕੜਿਆਂ ਵੱਲ ਚੱਲਦੇ ਹਾਂ। ਹੁਣ ਇਹ ਅੰਕੜੇ ਬਿਲਕੁਲ ਸਾਫ਼ ਤਸਵੀਰ ਪੇਸ਼ ਕਰਦੇ ਨੇ। 140 ਸੀਟਾਂ ਵਾਲੀ ਕੇਰਲ ਵਿਧਾਨ ਸਭਾ ਵਿੱਚ ਕਾਂਗਰਸ ਦੀ ਅਗਵਾਈ ਵਾਲੇ ਯੂਨਾਈਟਿਡ ਡੈਮੋਕ੍ਰੈਟਿਕ ਫਰੰਟ ਯਾਨੀ UDF ਨੇ 102 ਸੀਟਾਂ ਜਿੱਤ ਕੇ ਇੱਕ ਬਹੁਤ ਹੀ ਵੱਡਾ ਅਤੇ ਸਪਸ਼ਟ ਬਹੁਮਤ ਹਾਸਲ ਕੀਤਾ ਹੈ। ਕਮਾਲ ਦੀ ਗੱਲ ਹੈ ਨਾ। ਦੂਜੇ ਪਾਸੇ ਪਿਛਲੇ 10 ਸਾਲਾਂ ਤੋਂ ਸੱਤਾ ਵਿੱਚ ਰਹੀ CPI-M ਦੀ ਅਗਵਾਈ ਵਾਲੀ LDF ਸਿਰਫ 37 ਸੀਟਾਂ ਤੇ ਸਿਮਟ ਕੇ ਰਹਿ ਗਈ ਹੈ। ਇਸ ਦੇ ਨਾਲ ਹੀ ਭਾਜਪਾ ਨੇ ਵੀ ਇਸ ਵਾਰ ਨਾ ਸਿਰਫ ਆਪਣਾ ਖਾਤਾ ਖੋਲ੍ਹਿਆ ਹੈ, ਸਗੋਂ 3 ਸੀਟਾਂ ਵੀ ਆਪਣੇ ਨਾਮ ਕੀਤੀਆਂ ਨੇ। ਪਰ ਅਸਲ ਹੈਰਾਨੀ ਵਾਲੀ ਗੱਲ ਤਾਂ ਇਹ ਨੰਬਰ ਹੈ, 49। ਇਹ ਯਕੀਨ ਮੰਨੋ ਸਿਰਫ ਕੋਈ ਆਮ ਆંકੜਾ ਨਹੀਂ ਹੈ, ਬਲਕਿ ਰਾਜਨੀਤੀ ਦੇ ਖੇਤਰ ਵਿੱਚ ਇਹ ਇੱਕ ਇਤਿਹਾਸਿਕ ਝਟਕੇ ਵਾਂਗ ਹੈ। ਸੋਚ ਕੇ ਦੇਖੋ, 1977 ਤੋਂ ਲੈ ਕੇ ਹੁਣ ਤੱਕ ਯਾਨੀ ਪੂਰੇ 49 ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਸੰਸਦੀ ਪ੍ਰਣਾਲੀ ਵਿੱਚ ਯਕੀਨ ਰੱਖਣ ਵਾਲੇ ਕਮਿਊਨਿਸਟ ਭਾਰਤ ਦੇ ਕਿਸੇ ਵੀ ਸੂਬੇ ਵਿੱਚ ਸੱਤਾ ਵਿੱਚ ਨਹੀਂ ਰਹੇ, ਬਿਲਕੁਲ ਜ਼ੀਰੋ। ਹੁਣ ਇਸ ਇਤਿਹਾਸਿਕ ਪਹਿਲੂ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਸਾਡੇ ਦੂਜੇ ਭਾਗ ਵੱਲ ਵਧਦੇ ਹਾਂ, ਕਮਿਊਨਿਜ਼ਮ ਦੇ ਦੌਰਾ। ਆਓ ਇਸ ਵਿਚਾਰਧਾਰਕ ਵੜ ਨੂੰ ਥੋੜਾ ਸਮਝੀਏ। ਦੇਖੋ, ਭਾਰਤ ਵਿੱਚ ਕਮਿਊਨਿਸਟ ਵਿਚਾਰਧਾਰਾ ਮੁੱਖ ਤੌਰ ਤੇ ਦੋ ਧੜਿਆਂ ਵਿੱਚ ਵੰਡੀ ਹੋਈ ਹੈ। ਇੱਕ ਪਾਸੇ ਨੇ ਉਹ ਕਾਮਰੇਡ ਜਿਨ੍ਹਾਂ ਨੂੰ ਸਾਡੇ ਸੰਸਦੀ ਸਿਸਟਮ ਵਿੱਚ ਯਕੀਨ ਹੈ, ਮਤਲਬ ਕਿ ਉਹ ਚੋਣਾਂ ਲੜਦੇ ਨੇ, ਜਿਵੇਂ ਕਿ CPI, CPI-M, ਫਾਰਵਰਡ ਬਲਾਕ ਅਤੇ CPI-ML। ਦੂਜੇ ਪਾਸੇ ਉਹ ਕਾਮਰੇਡ ਨੇ ਜਿਨ੍ਹਾਂ ਦਾ ਇਸ ਚੋਣ ਪ੍ਰਣਾਲੀ ਵਿੱਚ ਕੋਈ ਵਿਸ਼ਵਾਸ ਨਹੀਂ ਹੈ। ਉਹ ਚੋਣਾਂ ਦਾ ਬਾਈਕਾਟ ਕਰਦੇ ਨੇ ਅਤੇ ਹਥਿਆਰਬੰਦ ਕ੍ਰਾਂਤੀ ਰਾਹੀਂ ਬਦਲਾਅ ਲਿਆਉਣਾ ਚਾਹੁੰਦੇ ਨੇ, ਜਿਵੇਂ CPI ਮਾਓਵਾਦੀ। ਅੱਜ ਅਸੀਂ ਪਹਿਲੇ ਵਾਲਾ ਗਰੁੱਪ ਯਾਨੀ ਸੰਸਦੀ ਖੱਬੇ ਪੱਖਿਆਂ ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਨੇ ਹੁਣ ਆਪਣਾ ਆਖਰੀ ਰਾਜਨੀਤਿਕ ਕਿੱਲਾ ਵੀ ਗਵਾ ਲਿਆ ਹੈ। ਇਸੇ ਨਾਲ ਆਪਾਂ ਪਹੁੰਚਦੇ ਹਾਂ ਆਪਣੇ ਤੀਜੇ ਹਿੱਸੇ ਤੇ, ਇੱਕ ਯੁੱਗ ਦਾ ਅੰਤ ਅਤੇ ਇਸ ਦਾ ਇਤਿਹਾਸਿਕ ਪਿਛੋਕੜ। ਜੇਕਰ ਆਪਾਂ ਪਿਛਲੇ 49 ਸਾਲਾਂ ਦੇ ਸਫ਼ਰ ਤੇ ਨਜ਼ਰ ਮਾਰੀਏ ਤਾਂ ਇਹ ਕਾਫੀ ਦਿਲਚਸਪ ਰਿਹਾ ਹੈ। ਇੱਕ ਸਮਾਂ ਸੀ ਜਦੋਂ ਖੱਬੇ ਪੱਖੀ ਪਾਰਟੀਆਂ ਦਾ ਭਾਰਤ ਦੇ 3 ਵੱਖਰੇ ਭੂਗੋਲਿਕ ਹਿੱਸਿਆਂ ਵਿੱਚ ਪੂਰਾ ਦਬਦਬਾ ਹੁੰਦਾ ਸੀ। 1977 ਵਿੱਚ ਪੱਛਮੀ ਬੰਗਾਲ ਵਿੱਚ ਇਹਨਾਂ ਦਾ ਇੱਕ ਬਹੁਤ ਹੀ ਮਜ਼ਬੂਤ 34 ਸਾਲ ਲੰਬਾ ਰਾਜ ਸ਼ੁਰੂ ਹੋਇਆ। ਫਿਰ 1993 ਆਇਆ ਤਾਂ ਉੱਤਰ ਪੂਰਬੀ ਸੂਬੇ ਤ੍ਰਿਪੁਰਾ ਵਿੱਚ ਵੀ ਇਹਨਾਂ ਨੇ 25 ਸਾਲਾਂ ਦਾ ਲੰਬਾ ਰਾਜ ਸਥਾਪਿਤ ਕੀਤਾ। ਅਤੇ ਜੇ ਆਪਾਂ ਦੱਖਣ ਵੱਲ ਕੇਰਲ ਦੀ ਗੱਲ ਕਰੀਏ ਤਾਂ ਉੱਥੇ ਪਿਛਲੇ 10 ਸਾਲਾਂ ਤੋਂ LDF ਦੀ ਹੀ ਸਰਕਾਰ ਚੱਲ ਰਹੀ ਸੀ। ਪਰ ਫਿਰ ਸਵਾਲ ਉੱਠਦਾ ਹੈ ਕਿ ਆਖਿਰ ਇਹ ਵੱਡੇ ਕਿਲੇ ਟੈਟੇਰੀ ਕਿਵੇਂ ਹੋਏ? ਖੈਰ, ਪੱਛਮੀ ਬੰਗਾਲ ਵਿੱਚ 2011 ਵਿੱਚ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਨੇ ਆ ਕੇ ਇਸ 34 ਸਾਲ ਪੁਰਾਣੇ ਰਾਜ ਨੂੰ ਖਤਮ ਕਰ ਦਿੱਤਾ। ਫਿਰ ਕੁਝ ਸਾਲਾਂ ਬਾਅਦ 2018 ਵਿੱਚ ਤ੍ਰਿਪੁਰਾ ਵਿੱਚ ਵੀ ਇਹ ਇਤਿਹਾਸਿਕ ਰਿਕਾਰਡ ਟੁੱਟ ਗਿਆ, ਜਿੱਥੇ ਮਾਨਿਕ ਸਰਕਾਰ ਦਾ ਲਗਾਤਾਰ 20 ਸਾਲਾਂ ਦਾ ਰਿਕਾਰਡ ਵੀ ਸ਼ਾਮਲ ਸੀ। ਸੋ ਇਹ ਇੱਕ ਬਹੁਤ ਵੱਡਾ ਬਦਲਾਅ ਸੀ। ਅਤੇ ਹੁਣ ਕਹਾਣੀ ਮੁੜ ਵਰਤਮਾਨ ਵਿੱਚ ਆਉਂਦੀ ਹੈ। ਕੇਰਲ ਵਿੱਚ CPI-M ਦਾ ਉਹ 10 ਸਾਲਾ ਰਾਜ ਵੀ ਹੁਣ ਖਤਮ ਹੋ ਗਿਆ। ਇੱਥੇ ਇੱਕ ਬਹੁਤ ਹੀ ਰੌਚਕ ਗੱਲ ਨੋਟ ਕਰਨ ਵਾਲੀ ਹੈ। ਮੁੱਖ ਮੰਤਰੀ ਪਿਨਾਰਾਈ ਵਿਜਯਨ ਆਪਣੀ ਨਿੱਜੀ ਧਰਮਦਮ ਸੀਟ ਤੋਂ ਤਾਂ ਜ਼ਰੂਰ ਜਿੱਤ ਗਏ, ਪਰ ਉਹਨਾਂ ਦੀ ਪਾਰਟੀ ਨੂੰ ਦੇਸ਼ ਦੇ ਸਭ ਤੋਂ ਵੱਧ ਪੜ੍ਹੇ-ਲਿਖੇ ਸੂਬੇ ਦੇ ਵੋਟਰਾਂ ਨੇ ਸੱਤਾ ਤੋਂ ਲਾਂਬੇ ਕਰ ਲਿੱਤਾ। ਤਾਂ ਹੁਣ ਆਪਾਂ ਚੌਥੇ ਹਿੱਸੇ ਵੱਲ ਚੱਲਦੇ ਹਾਂ ਕਿ ਆਖਿਰ ਖੱਬੇ ਪੱਖੀ ਹਾਰੇ ਕਿਉਂ, ਕੇਰਲ ਦੇ ਵੋਟਰਾਂ ਦੇ ਮਨ 'ਚ ਕੀ ਚੱਲ ਰਿਹਾ ਸੀ। ਦੇਖੋ, ਸਭ ਤੋਂ ਅਹਿਮ ਨੁਕਤਾ ਇਹ ਹੈ ਕਿ ਕੇਰਲ ਦੇ ਲੋਕਾਂ ਨੇ ਬਦਲਾਵ ਕਿਉਂ ਚਾਹਿਆ। ਇਸ ਦੇ ਕਈ ਕਾਰਨ ਨੇ। ਪਹਿਲਾ ਤਾਂ ਐਂਟੀ ਇਨਕੰਬੈਂਸੀ ਯਾਨੀ ਲਗਾਤਾਰ 10 ਸਾਲ ਦੀ ਸੱਤਾ ਕਾਰਨ ਪੈਦਾ ਹੋਈ ਸੁਭਾਵਿਕ ਨਾਰਾਜ਼ਗੀ। ਇਸ ਦੇ ਨਾਲ ਹੀ ਵੱਧਦੀ ਬੇਰੁਜ਼ਗਾਰੀ ਅਤੇ ਮਹਿੰਗਾਈ ਨੇ ਵੀ ਅੱਗ ਵਿੱਚ ਘਿਓ ਦਾ ਕੰਮ ਕੀਤਾ। ਹੋਰ ਤਾਂ ਹੋਰ, ਨੌਜਵਾਨਾਂ ਨੂੰ ਅਹਿਮ ਅਹੁਦਿਆਂ ਤੋਂ ਦੂਰ ਰੱਖਣਾ, ਕਈ ਅਜਿਹੇ ਘਰੇਲੂ ਮੁੱਦੇ ਜੋ ਸੁਲਝਾਏ ਹੀ ਨਹੀਂ ਜਾ ਸਕੇ ਅਤੇ ਸਰਕਾਰ ਦੀਆਂ ਵਿਕਾਸ ਯੋਜਨਾਵਾਂ ਤੇ ਲਗਾਤਾਰ ਉੱਠ ਰਹੇ ਸਵਾਲ, ਇਹਨਾਂ ਸਭ ਨੇ ਮਿਲ ਕੇ ਇੱਕ ਐਸਾ ਮਾਹੌਲ ਤਿਆਰ ਕਰ ਦਿੱਤਾ ਜਿਸ ਨੇ ਵੋਟਰਾਂ ਨੂੰ ਇਹ ਸੋਚਣ ਲਈ ਮਜਬੂਰ ਕੀਤਾ ਕਿ ਭਾਈ ਹੁਣ ਨਵਾਂ ਰਾਹ ਚੁਣਨ ਦਾ ਸਮਾਂ ਆ ਗਿਆ ਹੈ।
ਆਓ ਹੁਣ ਕੇਰਲ ਤੋਂ ਥੋੜਾ ਬਾਹਰ ਆ ਕੇ ਪੂਰੇ ਦੇਸ਼ ਦੀ ਗੱਲ ਕਰਦੇ ਹਾਂ। ਸਾਡਾ ਪੰਜਵਾਂ ਅਤੇ ਆਖਰੀ ਹਿੱਸਾ, ਰਾਸ਼ਟਰੀ ਰਾਜਨੀਤਿਕ ਤਸਵੀਰ ਅਤੇ ਚੋਣਾਂ ਤੋਂ ਬਾਅਦ ਦੇ ਪ੍ਰਭਾਵ। ਜੇਕਰ ਆਪਾਂ ਰਾਸ਼ਟਰੀ ਰਾਜਨੀਤੀ ਦੇ ਨਜ਼ਰੀਏ ਤੋਂ ਦੇਖੀਏ ਤਾਂ ਹਾਲਾਤ ਕਾਫੀ ਦਿਲਚਸਪ ਬਣੇ ਹੋਏ ਨੇ। ਇੱਕ ਪਾਸੇ ਤਾਂ ਭਾਜਪਾ ਨੇ ਪੱਛਮੀ ਬੰਗਾਲ ਅਤੇ ਅਸਾਮ ਵਿੱਚ ਵੱਡੀਆਂ ਜਿੱਤਾਂ ਹਾਸਲ ਕਰਕੇ ਆਪਣਾ ਪਸਾਰ ਹੋਰ ਵੀ ਮਜ਼ਬੂਤ ਕੀਤਾ ਹੈ, ਪਰ ਦੂਜੇ ਪਾਸੇ ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀ ਯਾਨੀ ਕਾਂਗਰਸ ਉਨ੍ਹਾਂ ਸੂਬਿਆਂ ਵਿੱਚ ਪੂਰੀ ਤਰ੍ਹਾਂ ਉਖੜਦੀ ਹੋਈ ਨਜ਼ਰ ਆਈ। ਹਾਲਾਂਕਿ ਕਾਂਗਰਸ ਲਈ ਕੇਰਲ ਵਿੱਚ ਮਿਲੀ ਇਹ ਸ਼ਾਨਦਾਰ ਜਿੱਤ ਕਿਸੇ ਮੱਲਮ ਪੱਟੀ ਤੋਂ ਘੱਟ ਨਹੀਂ ਹੈ। ਇਹ ਜਿੱਤ ਉਨ੍ਹਾਂ ਨੂੰ ਕੌਮੀ ਪੱਧਰ ਤੇ ਥੋੜੀ ਬਹੁਤ ਰਾਹਤ ਜ਼ਰੂਰ ਦੇਵੇਗੀ। ਅਤੇ ਹੁਣ ਇਸ ਐਕਸਪਲੇਨਰ ਦੇ ਆਖਰ ਵਿੱਚ ਇੱਕ ਬਹੁਤ ਹੀ ਡੂੰਘਾ ਅਤੇ ਸੋਚਣ ਵਾਲਾ ਸਵਾਲ ਖੜਾ ਹੁੰਦਾ ਹੈ। ਹੁਣ ਜਦੋਂ ਕਿ ਪੂਰੇ ਭਾਰਤ ਵਿੱਚ, ਧਿਆਨ ਦਿਓ, 0 ਕਮਿਊਨਿਸਟ ਮੁੱਖ ਮੰਤਰੀ ਬਚੇ ਨੇ, ਤਾਂ ਚੋਣਾਂ ਰਾਹੀਂ ਸੱਤਾ ਵਿੱਚ ਆਉਣ ਵਾਲੀ ਖੱਬੇ ਪੱਖੀ ਰਾਜਨੀਤੀ ਦਾ ਅਗਲਾ ਕਦਮ ਆਖਿਰ ਕੀ ਹੋਵੇਗਾ? ਕੀ ਉਹ ਆਪਣੇ ਸੰਗਠਨ ਨੂੰ ਮੁੜ ਸੁਰਜੀਤ ਕਰਨ ਲਈ ਕੋਈ ਨਵੀਂ ਰਣਨੀਤੀ ਬਣਾਉਣਗੇ, ਜਾਂ ਫਿਰ ਕੀ ਭਾਰਤੀ ਰਾਜਨੀਤੀ ਦਾ ਇਹ ਅਧਿਆਇ ਹਮੇਸ਼ਾ ਲਈ ਬੰਦ ਹੋਣ ਜਾ ਰਿਹਾ ਹੈ? ਇਹ ਇੱਕ ਅਜਿਹਾ ਸਵਾਲ ਹੈ ਜਿਸ ਤੇ ਜ਼ਰੂਰ ਵਿਚਾਰ ਕਰਨਾ ਬਣਦਾ ਹੈ। ਖੈਰ, ਸਾਡੇ ਅੱਜ ਦੇ ਇਸ ਡਾਟਾ ਆਧਾਰਿਤ ਵਿਸ਼ਲੇਸ਼ਣ ਨਾਲ ਜੁੜਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਨਿਰਪੱਖ ਤੱਥਾਂ ਰਾਹੀਂ ਸਿੱਖਦੇ ਰਹੋ ਅਤੇ ਹਮੇਸ਼ਾ ਜਾਣਕਾਰੀ ਨਾਲ ਅਪਡੇਟ ਰਹੋ।